Hello learners. In the previous video, we was discussed about the meaning and nature of science. In today's video, we are going to discuss about the nature of science. So let's begin the topic. ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਇੱਥੋਂ ਤੱਕ ਕੀਤਾ ਸੀ ਵਿਗਿਆਨ ਅਧਿਕਾਰਵਾਦੀ ਨਹੀਂ ਹੈ। ਸੋ ਹੁਣ ਆਪਾਂ ਉਸ ਤੋਂ ਅੱਗੇ ਕਰਾਂਗੇ 6 ਪੁਆਇੰਟ ਹੈ ਵਿਗਿਆਨ ਜਾਣਨ ਦਾ ਇੱਕ ਰਸਤਾ ਹੈ। ਸਾਇੰਸ ਇਜ਼ ਅ ਵੇ ਆਫ ਨੋਇੰਗ। ਸੋ ਜਿਹੜਾ ਵਿਗਿਆਨ ਆ ਉਹ ਇੱਕ ਜਾਣਨ ਦਾ ਵਿਗਿਆਨ ਨਵੇਂ ਗਿਆਨ ਨੂੰ ਜਾਣਨ ਦਾ ਇੱਕ ਰਸਤਾ। ਇਸ ਰਸਤੇ ਵਿੱਚ ਵਿਗਿਆਨ ਨੂੰ ਕਈ ਪੜਾਵਾਂ ਵਿੱਚੋਂ ਦੀ ਹੁੰਦੇ ਹੋਏ ਕਈ ਥਿਊਰੀਆਂ ਦਾ ਨਿਰਮਾਣ ਕਰਨਾ ਪੈਂਦਾ। ਉਹ ਕਿਹੜੇ ਪੜਾਅ ਹਨ? ਸਭ ਤੋਂ ਪਹਿਲਾਂ ਕਿਸੇ ਵੀ ਘਟਨਾ ਨੂੰ ਵੇਖਿਆ ਜਾਂਦਾ ਹੈ, ਆਬਜ਼ਰਵ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਦੀਆਂ ਕਲਪਨਾਵਾਂ ਕੀਤੀਆਂ ਜਾਂਦੀਆਂ ਹਨ। ਫਿਰ ਉਸ ਦੀ ਟੈਸਟਿੰਗ ਕੀਤੀ ਜਾਂਦੀ ਹੈ, ਪ੍ਰਯੋਗ ਕੀਤੇ ਜਾਂਦੇ ਹਨ, ਫਿਰ ਮਾਡਲ ਬਣਾਏ ਜਾਂਦੇ ਹਨ ਅਤੇ ਉਹਨਾਂ ਪ੍ਰਾਪਤ ਪ੍ਰਯੋਗਾਂ ਤੋਂ ਪ੍ਰਾਪਤ ਨਤੀਜਿਆਂ ਦੇ ਆਧਾਰ 'ਤੇ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਅਤੇ ਫਿਰ ਥਿਊਰੀ ਬਣਦੀ ਹੈ। ਤਾਂ ਕਹਿਣ ਦਾ ਮਤਲਬ ਹੈ ਜਿਹੜਾ ਵਿਗਿਆਨ ਆ ਉਹ ਸਾਰੇ ਬ੍ਰਹਿਮੰਡ ਨੂੰ ਜਾਣਨ ਦਾ ਇੱਕ ਰਸਤਾ। ਜਿੰਨੀਆਂ ਵੀ ਬ੍ਰਹਿਮੰਡ ਦੇ ਵਿੱਚ ਘਟਨਾਵਾਂ ਹੁੰਦੀਆਂ ਉਹਨਾਂ ਦੇ ਪਿੱਛੇ ਹੋਣ ਦਾ ਕੀ ਕਾਰਨ ਆ ਉਹ ਅਸੀਂ ਵਿਗਿਆਨ ਰਾਹੀਂ ਹੀ ਜਾਣਦੇ ਹਾਂ। 7 ਪੁਆਇੰਟ ਆ ਵਿਗਿਆਨ ਸਵੈ ਠੀਕ ਕਰਨ ਯੋਗ ਅਤੇ ਉੱਨਤੀ ਯੋਗ। ਦਾ ਭਾਵ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਹਰ ਸਮੇਂ ਨਵੀਆਂ ਕਾਢਾਂ ਨਿਕਲਦੀਆਂ ਰਹਿੰਦੀਆਂ ਹਨ ਅਤੇ ਪੁਰਾਣੀਆਂ ਥਿਊਰੀਆਂ ਵਿੱਚ ਵੀ ਸੁਧਾਰ ਆਉਂਦੇ ਰਹਿੰਦੇ ਹਨ। ਜਿਵੇਂ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਸਟਰਕਚਰ ਆਫ ਐਟਮ ਜਿਹੜਾ ਪਰਮਾਣੂ ਦਾ ਮਾਡਲ ਆ ਸਭ ਤੋਂ ਪਹਿਲਾਂ ਪੇਸ਼ ਕੀਤਾ ਸੀ ਥਾਮਸਨ ਨੇ, ਉਸ ਤੋਂ ਬਾਅਦ ਰਦਰਫੋਰਡ ਨੇ ਦਿੱਤਾ, ਫਿਰ ਨੀਲ ਬੋਰ ਨੇ ਦਿੱਤਾ। ਮਤਲਬ ਪੁਰਾਣੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਨਵੀਂ ਥਿਊਰੀ ਦਿੱਤੀ ਹੈ। ਅਤੇ ਜਿਹੜਾ ਵਿਗਿਆਨ ਆ ਉਹ ਇੱਕ ਨਾ ਰੁਕਣ ਵਾਲੀ ਪ੍ਰਕਿਰਿਆ। ਵਿਗਿਆਨ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਥਿਊਰੀ ਜਿਹੜੀ ਉਹ ਜਨਮ ਲੈਂਦੀ ਰਹਿੰਦੀ ਹੈ। ਪੁਰਾਣੀਆਂ ਥਿਊਰੀਆਂ ਵਿੱਚ ਵੀ ਸੁਧਾਰ ਆਉਂਦਾ ਰਹਿੰਦਾ। ਜਿਵੇਂ ਆਰਥਰ ਸੀ ਕਲਾਰਕ ਦੇ ਪਹਿਲੇ ਨਿਯਮ ਅਨੁਸਾਰ ਜਦੋਂ ਕੋਈ ਵਿਸ਼ੇਸ਼ ਪਰੰਤੂ ਸੀਨੀਅਰ ਵਿਗਿਆਨੀ ਕਹਿੰਦਾ ਹੈ ਕਿ ਕੁਝ ਸੰਭਵ ਹੈ ਤਦ ਉਹ ਲਗਭਗ ਠੀਕ ਜ਼ਰੂਰ ਹੁੰਦਾ ਹੈ, ਪਰ ਜਦੋਂ ਇਹ ਕਹਿੰਦਾ ਕਿ ਕੁਝ ਅਸੰਭਵ ਹੈ ਤਦ ਉਹ ਸੰਭਾਵਿਤ ਰੂਪ ਵਿੱਚ ਗਲਤ ਹੁੰਦਾ ਹੈ। ਮਤਲਬ ਸਾਇੰਸ ਦੇ ਵਿੱਚ ਇੰਪੋਸੀਬਲ ਕੋਈ ਵਰਡ ਨਹੀਂ ਹੈਗਾ। ਸਾਇੰਸ ਦੇ ਵਿੱਚ ਹਰ ਇੱਕ ਚੀਜ਼ ਨੂੰ ਆਪਾਂ ਪ੍ਰਯੋਗਾਂ ਦੇ ਆਧਾਰ 'ਤੇ ਸਿੱਧ ਕਰ ਸਕਦੇ ਹਾਂ ਅਤੇ ਨਵੀਆਂ ਥਿਊਰੀਆਂ, ਨਵੇਂ ਲਾਜ਼ ਬਣਾ ਸਕਦੇ ਹਾਂ। ਕੋਈ ਵੀ ਵਿਅਕਤੀ ਸੁਤੰਤਰ ਰੂਪ ਵਿੱਚ ਆਜ਼ਾਦ ਹੁੰਦਾ ਹੈ। ਕੋਈ ਵੀ ਵਿਅਕਤੀ ਸੁਤੰਤਰ ਰੂਪ ਵਿੱਚ ਆਪਣੀ ਸੋਚਣੀ ਨੂੰ, ਜੋ ਉਹ ਸੋਚਦਾ ਉਸਨੂੰ ਪ੍ਰਯੋਗ ਕਰਕੇ ਇੱਕ ਥਿਊਰੀ ਬਣਾ ਕੇ ਉਸਨੂੰ ਇੱਕ ਲਾਅ ਦਾ ਰੂਪ ਜਿਹੜਾ ਦੇ ਸਕਦਾ ਹੈ। ਸੋ ਨੈਕਸਟ ਪੁਆਇੰਟ ਆ ਵਿਗਿਆਨ ਤੱਥਾਂ 'ਤੇ ਆਧਾਰਿਤ ਹੈ। ਮਤਲਬ ਵਿਗਿਆਨ ਦੇ ਵਿੱਚ ਜਿੰਨੀਆਂ ਵੀ ਥਿਊਰੀਆਂ, ਕਥਨ, ਵਿਚਾਰ ਆ ਉਹ ਸਾਰੇ ਕਲਪਨਾਵਾਂ 'ਤੇ ਆਧਾਰਿਤ ਤੇ ਨਹੀਂ ਹੁੰਦੇ, ਬਲਕਿ ਪ੍ਰੈਕਟੀਕਲ ਰੂਪ ਵਿੱਚ ਇਕੱਠੇ ਕੀਤੇ ਗਏ ਡਾਟੇ ਉੱਪਰ ਵੱਖ-ਵੱਖ ਢੰਗਾਂ ਤੋਂ ਨਿਰੀਖਣ ਕਰਕੇ ਪ੍ਰਾਪਤ ਨਤੀਜੇ ਹੁੰਦੇ ਹਨ। ਆਮ ਸ਼ਬਦਾਂ ਵਿੱਚ ਵਿਗਿਆਨੀ ਕਿਸੇ ਦੇ ਕਥਨਾਂ ਉੱਪਰ ਭਰੋਸਾ ਨਹੀਂ ਕਰਦੇ, ਬਲਕਿ ਹਰ ਕੰਮ ਨੂੰ ਤੱਥਾਂ ਦੇ ਆਧਾਰ 'ਤੇ ਪ੍ਰਯੋਗਾਂ ਦੁਆਰਾ ਸਿੱਧ ਕਰਕੇ ਹੀ ਥਿਊਰੀ ਦਾ ਨਾਮ ਜਿਹੜਾ ਦਿੰਦੇ ਆ। ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਹੜਾ ਵਿਗਿਆਨ ਆ ਉਹ ਇੱਕ ਤੱਥਾਂ 'ਤੇ ਆਧਾਰਿਤ ਵਿਸ਼ਾ ਜਿਸ ਵਿੱਚ ਕਲਪਨਾਵਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ। ਸੋ ਹੁਣ ਆਪਾਂ ਨੈਕਸਟ ਕਰਾਂਗੇ ਸੋ ਨੈਕਸਟ ਪੁਆਇੰਟ ਵਿਗਿਆਨ ਵਰਣਨਯੋਗ ਅਤੇ ਭਵਿੱਖਬਾਣੀ ਕਰਨ ਯੋਗ ਹੈ। ਸਾਇੰਸ ਇਜ਼ ਐਕਸਪਲੇਨੇਬਲ ਐਂਡ ਪ੍ਰੈਡਿਕਟੇਬਲ। ਸੋ ਵਿਗਿਆਨ ਦੇ ਵਿੱਚ ਹਰ ਇੱਕ ਥਿਊਰੀ ਹੈ ਜਿਹੜੀ ਨਿਰੀਖਣ ਦਾ ਨਤੀਜਾ ਹੁੰਦੀ, ਜਿਸ ਕਰਕੇ ਵਿਗਿਆਨ ਵਿੱਚ ਹਰ ਨਿਸ਼ਚਿਤ ਸਥਿਤੀ ਵਿੱਚ ਵਿਆਖਿਆ ਕੀਤੀ ਜਾਂਦੀ ਹੈ। ਜਿਹੜੀ ਇੱਕ ਥਿਊਰੀ ਹੈ ਜਿਵੇਂ ਲਾਜ਼ ਆਫ ਮੋਸ਼ਨ ਉਹ ਸਾਰੀ ਜਗ੍ਹਾ 'ਤੇ ਐਪਲੀਕੇਬਲ ਹੁੰਦੇ ਆ। ਤਾਂ ਜਿਹੜੀ ਵਿਗਿਆਨ ਦੇ ਵਿੱਚ ਜਿੰਨੀਆਂ ਵੀ ਥਿਊਰੀ ਆ, ਲਾਜ਼ ਆ ਉਹ ਸਾਰੇ ਐਕਸਪਲੇਨੇਬਲ ਆ। ਆਪਾਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਐਕਸਪੈਰੀਮੈਂਟ। ਆਪਾਂ ਪ੍ਰਯੋਗ ਦੀ ਸਹਾਇਤਾ ਨਾਲ ਵਿਗਿਆਨ ਦੇ ਵਿੱਚ ਜਿੰਨੀਆਂ ਵੀ ਥਿਊਰੀਆਂ ਉਹਨਾਂ ਨੂੰ ਸਾਬਿਤ ਕਰ ਸਕਦੇ ਹਾਂ, ਉਹਨੂੰ ਪ੍ਰੂਵ ਕਰ ਸਕਦੇ ਹਾਂ, ਸਿੱਧ ਕਰ ਸਕਦੇ ਹਾਂ ਕਿ ਇਹ ਥਿਊਰੀ ਹੈਗੀ ਆ। ਹੁਣ ਗ੍ਰੈਵੀਟੇਸ਼ਨ ਆ, ਗ੍ਰੈਵੀਟੇਸ਼ਨ ਦਾ ਜਿਹੜੀ G ਦੀ ਵੈਲਿਊ ਹੈ ਜਾਂ ਗ੍ਰੈਵੀਟੇਸ਼ਨਲ ਫੋਰਸ ਆ ਉਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ। ਸੋ ਜਿੰਨੀਆਂ ਵੀ ਇਹਦੇ ਥਿਊਰੀਆਂ ਬਣੀਆਂ ਹੈਗੀਆਂ ਗ੍ਰੈਵੀਟੇਸ਼ਨ 'ਤੇ, ਲਾਜ਼ ਆਫ ਮੋਸ਼ਨ 'ਤੇ, ਉਹ ਸਾਰੀਆਂ ਐਕਸਪੈਰੀਮੈਂਟਸ ਤੋਂ ਹੀ ਬਣੀਆਂ। ਸੋ ਕਹਿਣ ਦਾ ਮਤਲਬ ਜਿਹੜੀ ਵਿਗਿਆਨ ਆ ਉਹ ਭਵਿੱਖਬਾਣੀ ਕਰਨ ਯੋਗ ਆ। ਜਿਹੜੀਆਂ ਥਿਊਰੀਆਂ ਉਹਨਾਂ ਦੇ ਆਧਾਰ 'ਤੇ ਆਪਾਂ ਭਵਿੱਖਬਾਣੀ ਵੀ ਕਰ ਸਕਦੇ ਹਾਂ। ਸੋ ਨੈਕਸਟ ਆ ਸਾਇੰਸ ਇਜ਼ ਮਲਟੀ ਡਿਮੈਂਸ਼ਨਲ ਸਬਜੈਕਟ।
ਸਾਇੰਸ ਇੱਕ ਇਕੱਲਾ ਵਿਸ਼ਾ ਨਹੀਂ ਆ। ਸਾਇੰਸ ਇੱਕ ਸਿੰਗਲ ਸਬਜੈਕਟ ਨਹੀਂ ਹੈਗਾ, ਇਹਦੇ ਵਿੱਚ ਬਹੁਤ ਸਾਰੇ ਸਬਜੈਕਟਸ ਆ ਜਾਂਦੇ ਆ। ਜੇਕਰ ਆਪਾਂ ਸਾਇੰਸ ਨੂੰ ਅਲੱਗ-ਅਲੱਗ ਬ੍ਰਾਂਚਿਸ ਵਿੱਚ ਵੰਡਣਾ ਹੋਵੇ ਤਾਂ ਸਾਇੰਸ ਨੂੰ ਆਪਾਂ ਪਹਿਲਾਂ ਵੰਡ ਸਕਦੇ ਹਾਂ ਭੌਤਿਕ ਵਿਗਿਆਨ ਫਿਜ਼ਿਕਸ ਵਿੱਚ, ਜਿਹਦੇ ਆਪਾਂ ਮੈਟਰ ਦੀ ਸਟੱਡੀ ਕਰਦੇ ਹਾਂ, ਪਦਾਰਥ ਦੀ ਸਟੱਡੀ ਕਰਦੇ ਹਾਂ, ਸਟਰਕਚਰ ਨੂੰ ਸਟੱਡੀ ਕਰ ਸਕਦੇ ਹਾਂ, ਭੌਤਿਕ ਵਿਗਿਆਨ ਫਿਜ਼ਿਕਸ। ਐਂਡ ਸੈਕਿੰਡ ਇਜ਼ ਕੈਮਿਸਟਰੀ, ਰਸਾਇਣਿਕ ਵਿਗਿਆਨ। ਕੈਮਿਸਟਰੀ ਦੇ ਵਿੱਚ ਆਪਾਂ ਕੈਮੀਕਲਸ ਦੀ ਸਟੱਡੀ ਕਰਦੇ ਹਾਂ। ਐਂਡ ਥਰਡ ਵਨ ਇਜ਼ ਬਾਇਓਲੋਜੀ। ਬਾਇਓਲੋਜੀ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਜੀਵ ਵਿਗਿਆਨ, ਮਨੁੱਖ ਦੀ। ਅੱਗੇ ਇਹਨਾਂ ਨੂੰ ਵੀ ਆਪਾਂ ਫਿਜ਼ਿਕਸ ਨੂੰ ਵੀ ਅੱਗੇ ਵੰਡ ਸਕਦੇ ਹਾਂ, ਨਿਊਕਲੀਅਰ ਫਿਜ਼ਿਕਸ, ਇਲੈਕਟ੍ਰੋਨਿਕਸ, ਪਲਾਜ਼ਮਾ ਫਿਜ਼ਿਕਸ, ਕਲਾਸੀਕਲ ਮਕੈਨਿਕਸ, ਕੁਆਂਟਮ ਮਕੈਨਿਕਸ, ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ। ਇਹਦੀਆਂ ਵੀ ਅੱਗੇ ਅਲੱਗ-ਅਲੱਗ ਬ੍ਰਾਂਚਿਸ ਆ। ਉੱਦਾਂ ਹੀ ਕੈਮਿਸਟਰੀ ਦੀਆਂ ਇਨਆਰਗੈਨਿਕ, ਆਰਗੈਨਿਕ ਐਂਡ ਫਿਜ਼ੀਕਲ ਉੱਦਾਂ ਹੀ ਜਿੱਦਾਂ ਫਿਜ਼ਿਕਸ, ਜਿੱਦਾਂ ਕੈਮਿਸਟਰੀ ਦੀਆਂ ਬ੍ਰਾਂਚਿਸ ਆ, ਉੱਦਾਂ ਹੀ ਬਾਇਓਲੋਜੀ ਦੀਆਂ ਵੀ ਅੱਗੇ ਬ੍ਰਾਂਚਿਸ ਆ। ਸੋ ਕਹਿਣ ਦਾ ਮਤਲਬ ਜਿਹੜਾ ਸਾਇੰਸ ਇੱਕ ਸਿੰਗਲ ਸਬਜੈਕਟ ਨਹੀਂ ਹੈਗਾ, ਇਜ਼ ਅ ਕੰਬੀਨੇਸ਼ਨ ਆਫ ਅਦਰ ਸਬਜੈਕਟਸ ਲਾਈਕ ਫਿਜ਼ਿਕਸ, ਕੈਮਿਸਟਰੀ ਐਂਡ ਬਾਇਓਲੋਜੀ। ਐਂਡ ਫਿਜ਼ੀਓ ਕੈਮਿਸਟਰੀ ਵੀ ਆ ਜਾਂਦੀਆਂ, ਅੱਗੇ ਦੀਆਂ ਹੋਰ ਵੀ ਬ੍ਰਾਂਚਿਸ ਹੈਗੀਆਂ। ਤਾਂ ਸਾਇੰਸ ਜਿਹੜੀ ਆ ਉਹ ਮਲਟੀ ਡਿਮੈਂਸ਼ਨਲ ਸਬਜੈਕਟ ਆ। ਸਾਇੰਸ ਇਜ਼ ਬੇਸਡ ਔਨ ਐਕਸਪੀਰੀਅੰਸ। ਜਿਹੜਾ ਵਿਗਿਆਨ ਆ ਉਹ ਅਨੁਭਵਾਂ 'ਤੇ ਆਧਾਰਿਤ ਵਿਸ਼ਾ। ਵਿਗਿਆਨ ਦੇ ਵਿੱਚ ਵਿਗਿਆਨੀ ਜਦੋਂ ਕੋਈ ਐਕਸਪੈਰੀਮੈਂਟ ਕਰਦਾ, ਉਹ ਓਨੀ ਦੇਰ ਤੱਕ, ਜਦੋਂ ਉਹ ਨਤੀਜੇ ਪ੍ਰਾਪਤ ਕਰਦਾ, ਜਿੰਨਾ ਟਾਈਮ ਉਹਨੇ ਪ੍ਰਯੋਗ ਕਰਕੇ ਇੱਕ ਅਨੁਭਵ ਪ੍ਰਾਪਤ ਨਹੀਂ ਕੀਤਾ, ਉਨੀ ਟਾਈਮ ਤੱਕ ਉਹ ਆਪਣੀ ਜਿਹੜਾ ਥਿਊਰੀ ਆ, ਆਪਣੇ ਜਿਹੜੇ ਵਿਚਾਰ ਆ, ਉਹਨੂੰ ਸਹੀ ਨਹੀਂ ਕਹਿ ਸਕਦਾ, ਜਿੰਨਾ ਟਾਈਮ ਉਹ ਪ੍ਰਯੋਗ ਕਰਕੇ ਉਸਨੂੰ ਸਾਬਿਤ ਨਹੀਂ ਕਰ ਦਿੰਦਾ। ਤਾਂ ਵਿਗਿਆਨ ਇੱਕ ਅਜਿਹਾ ਵਿਸ਼ਾ ਜਿਹਦੇ ਵਿੱਚ ਵਿਗਿਆਨੀ ਪ੍ਰਯੋਗ ਕਰਕੇ ਇੱਕ ਅਲੱਗ ਹੀ ਤਰ੍ਹਾਂ ਦਾ ਅਨੁਭਵ ਜਿਹੜਾ ਮਹਿਸੂਸ ਕਰਦੇ ਆ। ਤਾਂ ਇਸ ਅਨੁਭਵ ਤੋਂ ਪ੍ਰਾਪਤ ਨਤੀਜਿਆਂ ਉੱਤੇ ਆਪਣੀ ਸੋਚ ਨੂੰ ਜਾਂ ਕਲਪਨਾ ਨੂੰ ਸਹੀ ਜਾਂ ਗਲਤ ਸਾਬਿਤ ਕਰ ਸਕਦੇ ਹਨ, ਅਤੇ ਪੁਰਾਣੀਆਂ ਵਿਗਿਆਨੀਆਂ ਦੁਆਰਾ ਪੇਸ਼ ਕੀਤੀਆਂ ਥਿਊਰੀਆਂ ਵਿੱਚ ਵੀ ਬਦਲਾਵ ਕਰ ਸਕਦੇ ਹਨ। ਸੋ ਜਿਹੜਾ ਵਿਗਿਆਨ ਆ ਉਹ ਅਨੁਭਵ 'ਤੇ ਆਧਾਰਿਤ ਵਿਸ਼ਾ। ਨੈਕਸਟ ਪੁਆਇੰਟ ਆ ਸਾਇੰਸ ਕਾਂਟ ਪ੍ਰੋਵਾਈਡ ਆਲ ਆਨਸਰ। ਵਿਗਿਆਨ ਵਿੱਚ ਹਰ ਪ੍ਰਸ਼ਨ ਦਾ ਉੱਤਰ ਸੰਭਵ ਨਹੀਂ ਹੈ। ਵਿਗਿਆਨ ਵਿੱਚ ਹਰ ਪ੍ਰਸ਼ਨ ਦਾ ਉੱਤਰ ਸੰਭਵ ਨਹੀਂ ਹੈ, ਕਿਉਂਕਿ ਵਿਗਿਆਨ ਵਿੱਚ ਕਈ ਤਰ੍ਹਾਂ ਦੇ ਅਜਿਹੇ ਕੁਐਸਚਨਸ ਹੈਗੇ ਜਿਨ੍ਹਾਂ ਦੇ ਆਨਸਰਸ ਹਜੇ ਤੱਕ ਮਿਲੇ ਨਹੀਂ। ਜਿਵੇਂ ਮਨੁੱਖ ਜਾਂ ਪੌਦੇ ਦੇ ਜੀਵਤ ਹੋਣ ਤੋਂ ਕੀ ਭਾਵ ਹੈ, ਆਤਮਾ ਕੀ ਹੈ, ਆਤਮਾ ਕੀ ਹੁੰਦੀ ਹੈ, ਇਹਦੀ ਹੋਂਦ ਹੈ ਜਾਂ ਨਹੀਂ ਹੈ। ਤਾਂ ਅਜਿਹੇ ਪ੍ਰਸ਼ਨ ਹੈਗੇ ਜਿਹਦੇ ਕੋਲ ਵਿਗਿਆਨ ਦਾ ਕੋਈ ਆਨਸਰ ਨਹੀਂ ਹੈ, ਜਿਨ੍ਹਾਂ ਦਾ ਵਿਗਿਆਨ ਕੋਲ ਕੋਈ ਜਵਾਬ ਨਹੀਂ ਆ। ਸੋ ਸਾਇੰਸ ਆਪਾਂ ਨੂੰ ਸਾਰੇ ਤਰ੍ਹਾਂ ਦੇ ਕੁਐਸਚਨਸ ਜਿਹੜੇ ਉਹਨਾਂ ਦੇ ਆਨਸਰ ਪ੍ਰੋਵਾਈਡ ਨਹੀਂ ਕਰਦੀ। ਸੋ ਸਾਇੰਸ ਕਾਂਟ ਪ੍ਰੋਵਾਈਡ ਆਲ ਆਨਸਰਸ। ਨੈਕਸਟ ਪੁਆਇੰਟ ਆ ਵਿਗਿਆਨ ਸੰਗਠਿਤ ਪ੍ਰਕਿਰਿਆ ਹੈ। ਸਾਇੰਸ ਇਜ਼ ਐਨ ਆਰਗੇਨਾਈਜ਼ਡ ਪ੍ਰੋਸੈਸ। ਵਿਗਿਆਨ ਵਿੱਚ ਹਰ ਪ੍ਰਕਿਰਿਆ, ਵਿਗਿਆਨ ਦੇ ਵਿੱਚ ਜਿੰਨੀਆਂ ਵੀ ਥਿਊਰੀਆਂ ਹੁੰਦੀਆਂ, ਜਿੰਨੇ ਵੀ ਪ੍ਰਯੋਗ ਹੁੰਦੇ ਆ, ਉਹ ਸਟੈਪ ਬਾਏ ਸਟੈਪ ਚੱਲਦੇ ਆ। ਇੱਕ ਸੰਗਠਿਤ ਪ੍ਰਕਿਰਿਆ, ਆਰਗੇਨਾਈਜ਼ਡ ਪ੍ਰਕਿਰਿਆ, ਆਰਗੇਨਾਈਜ਼ਡ ਪ੍ਰੋਸੈਸ ਆ। ਇੱਕ ਸੰਗਠਿਤ ਪ੍ਰਕਿਰਿਆ, ਆਰਗੇਨਾਈਜ਼ਡ ਪ੍ਰੋਸੈਸ ਆ। ਵਿਗਿਆਨ ਦੇ ਵਿੱਚ ਜਿੰਨੇ ਵੀ ਪ੍ਰਯੋਗ ਕੀਤੇ ਜਾਂਦੇ ਆ, ਸਭ ਤੋਂ ਪਹਿਲਾਂ ਜਿਵੇਂ ਹੁਣ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਸਤਰੰਗੀ ਪੀਂਘ ਦਾ ਬਣਨਾ, ਰੇਨਬੋ ਬਣਦੀ ਆ ਜਦੋਂ ਆਪਣੇ ਕੋਲੇ ਬਾਰਿਸ਼ ਹੁੰਦੀ ਆ। ਉਸ ਤੋਂ ਬਾਅਦ ਜਦੋਂ ਸੂਰਜ ਨਿਕਲਦਾ, ਤਾਂ ਸੂਰਜ ਨਿਕਲਣ ਤੋਂ ਬਾਅਦ ਸੂਰਜ ਦੇ ਉਲਟ, ਸੂਰਜ ਵੱਲ ਆਪਾਂ ਪਿੱਠ ਕਰਕੇ ਖੜੇ ਹੁੰਦੇ ਹਾਂ ਤਾਂ ਆਪਾਂ ਨੂੰ ਰੇਨਬੋ ਦਿਖਾਈ ਦਿੰਦੀ ਆ। ਤਾਂ ਇੱਕ ਵਿਗਿਆਨੀ ਆ ਜਿਸ ਨੇ ਪਹਿਲਾਂ ਇਹ ਫਿਨੋਮੀਨਾ ਦੇਖਿਆ, ਸਭ ਤੋਂ ਪਹਿਲਾਂ ਇਹ ਘਟਨਾ ਦੇਖਦਾ, ਉਸ ਤੋਂ ਬਾਅਦ ਪਹਿਲੇ ਦਿਨ ਦੇਖਦਾ ਜਦੋਂ ਬਾਰਿਸ਼ ਹੋਈ ਹੈ, ਦੂਸਰੇ ਦਿਨ ਦੇਖਦਾ ਬਾਰਿਸ਼ ਨਹੀਂ ਹੋਈ, ਫਿਰ ਜਿਸ ਦਿਨ ਬਾਰਿਸ਼ ਹੁੰਦੀ ਆ ਪਰ ਸੂਰਜ ਨਹੀਂ ਚੜ੍ਹਦਾ, ਕਿ ਉਸ ਦਿਨ ਵੀ ਰੇਨਬੋ ਬਣਦੀ। ਪਹਿਲਾਂ ਉਹ ਓਬਜ਼ਰਵ ਕਰਦਾ, ਨਿਰੀਖਣ ਕਰਦਾ, ਘਟਨਾ ਦਾ ਡਾਟਾ ਇਕੱਠਾ ਕਰਦਾ, ਨਿਰੀਖਣ ਕਰਕੇ ਘਟਨਾ ਦਾ ਡਾਟਾ ਇਕੱਠਾ ਕਰਦਾ, ਫਿਰ ਉਸ ਤੋਂ ਬਾਅਦ ਇਸ ਨੂੰ ਪ੍ਰਯੋਗ ਰਾਹੀਂ ਸਿੱਧ ਕਰਦਾ। ਜਿਵੇਂ ਆਪਾਂ ਪ੍ਰਿਜ਼ਮ ਨਾਲ ਪ੍ਰਯੋਗ ਕਰਦੇ ਹਾਂ ਕਿ ਜਿਹੜੀ ਵਾਈਟ ਲਾਈਟ ਹੁੰਦੀ ਉਹ 7 ਕਲਰਸ ਸਪਲਿਟ ਹੋ ਜਾਂਦੀ ਹੈ, ਉਹਨੇ ਪਹਿਲਾਂ ਪ੍ਰਯੋਗ ਕਰਕੇ ਦੇਖਿਆ, ਫਿਰ ਇਸ ਥਿਊਰੀ ਦੇ ਆਧਾਰ 'ਤੇ ਇਸ ਘਟਨਾ ਦੀ ਵਿਆਖਿਆ ਕੀਤੀ। ਤਾਂ ਇੱਕ ਸੰਗਠਿਤ ਪ੍ਰਕਿਰਿਆ, ਸਭ ਤੋਂ ਪਹਿਲਾਂ ਨਿਰੀਖਣ ਹੁੰਦਾ, ਓਬਜ਼ਰਵੇਸ਼ਨ ਹੁੰਦੀ ਆ। ਓਬਜ਼ਰਵੇਸ਼ਨ ਤੋਂ ਬਾਅਦ ਆਪਾਂ ਕਲਪਨਾ ਕਰਦੇ ਹਾਂ ਕਿ ਇਹ ਵੀ ਰੀਜ਼ਨ ਹੋ ਸਕਦਾ, ਕਿਸੇ ਘਟਨਾ ਦੇ ਵਾਪਰਨ ਦਾ ਇਹ ਵੀ ਰੀਜ਼ਨ ਹੋ ਸਕਦਾ।
ਆਪਾਂ ਉਹਨੂੰ ਰੀਜ਼ਨਸ ਐਕਸਪਲੇਨ ਕਰਦੇ ਹਾਂ। ਆਬਜ਼ਰਵੇਸ਼ਨ ਤੋਂ ਬਾਅਦ ਆਪਾਂ ਹਾਈਪੋਥਸਿਸ ਬਣਾਉਂਦੇ ਹਾਂ, ਪਰਿਕਲਪਨਾਵਾਂ ਕਰਦੇ ਹਾਂ, ਫਿਰ ਆਪਾਂ ਟੈਸਟ ਕਰਦੇ ਹਾਂ ਇਹਨਾਂ ਹਾਈਪੋਥਸਿਸ ਨੂੰ। ਟੈਸਟ ਕਰਨ ਤੋਂ ਬਾਅਦ ਪ੍ਰਯੋਗ ਦੀ ਸਹਾਇਤਾ ਨਾਲ ਆਪਾਂ ਇਹਨਾਂ ਨੂੰ ਚੈੱਕ ਕਰਦੇ ਹਾਂ ਕਿ ਇਹ ਵੀ ਕਾਰਨ ਹੋ ਸਕਦਾ, ਇਹ ਵੀ ਕਾਰਨ ਹੋ ਸਕਦਾ, ਇਹ ਵੀ ਕਾਰਨ ਹੋ ਸਕਦਾ। ਟੈਸਟ ਕਰਨ ਤੋਂ ਬਾਅਦ ਆਪਾਂ ਉਹਨਾਂ ਦੀ ਜਿਹੜੇ ਵੀ ਆਪਣੇ ਕੋਲੇ ਟੈਸਟ ਤੋਂ ਬਾਅਦ ਨਤੀਜੇ ਪ੍ਰਾਪਤ ਹੋਏ ਆ, ਪ੍ਰਯੋਗ ਕਰਨ ਤੋਂ ਬਾਅਦ ਨਤੀਜੇ ਪ੍ਰਾਪਤ ਹੋਏ ਆ, ਉਹਨਾਂ ਦੀ ਵਿਆਖਿਆ ਕਰਦੇ ਹਾਂ। ਵਿਆਖਿਆ ਕਰਨ ਤੋਂ ਬਾਅਦ ਉਹ ਇੱਕ ਲਾ ਜਾਂ ਥਿਊਰੀ ਬਣ ਜਾਂਦੇ ਆ। ਤਾਂ ਸਾਇੰਸ ਦੇ ਵਿੱਚ ਸਾਇੰਸ ਇੱਕ ਅਜਿਹੀ ਪ੍ਰਕਿਰਿਆ ਜਿਹਦੇ ਵਿੱਚ ਸਟੈਪ ਬਾਈ ਸਟੈਪ ਕਰਕੇ ਆਪਾਂ ਇੱਕ ਨਤੀਜੇ 'ਤੇ ਪਹੁੰਚਦੇ ਹਾਂ। ਸੋ ਸਾਇੰਸ ਇਜ਼ ਐਨ ਆਰਗੇਨਾਈਜ਼ਡ ਪ੍ਰੋਸੈਸ। ਹੁਣ ਆਪਾਂ ਨੈਕਸਟ ਪੁਆਇੰਟ ਕਰਾਂਗੇ। ਨੈਕਸਟ ਪੁਆਇੰਟ ਆ ਵਿਗਿਆਨ ਰਾਹੀਂ ਵਿਸ਼ਵ ਸਮਝਣ ਯੋਗ ਹੈ। ਵਿਗਿਆਨ ਦੇ ਵਿੱਚ ਹਰ ਇੱਕ ਘਟਨਾ ਜੋ ਵੀ ਆਪਣੇ ਆਲੇ ਦੁਆਲੇ ਵਾਪਰਦੀ ਹੈ ਉਹ ਵਿਗਿਆਨ ਦਾ ਹੀ ਨਤੀਜਾ ਹੁੰਦਾ ਹੈ। ਵਿਗਿਆਨ ਦੇ ਆਧਾਰ 'ਤੇ ਹੀ ਆਪਾਂ ਨੂੰ ਪ੍ਰੈਕਟੀਕਲ ਦੇ ਰੂਪ ਵਿੱਚ ਸਾਰੇ ਸੰਸਾਰ ਨੂੰ ਸਮਝ ਸਕਦੇ ਹਾਂ। ਨੈਕਸਟ ਪੁਆਇੰਟ ਆ ਵਿਗਿਆਨ ਪੱਖਪਾਤ ਜਾਂ ਝੁਕਾਅ ਨੂੰ ਪਹਿਚਾਣ ਅਤੇ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਿਗਿਆਨ ਵਿੱਚ ਹਰੇਕ ਵਿਅਕਤੀ ਦਾ ਆਪੋ ਆਪਣੇ ਵਿਚਾਰ ਹੁੰਦੇ ਆ ਕਿਸੇ ਵੀ ਘਟਨਾ ਬਾਰੇ। ਕੋਈ ਵੀ ਵਿਅਕਤੀ ਸੁਤੰਤਰ ਹੁੰਦਾ, ਉਹ ਆਪਣੇ ਵਿਚਾਰਾਂ ਨੂੰ ਪ੍ਰਯੋਗਾਂ ਰਾਹੀਂ ਸਿੱਧ ਕਰਕੇ ਇੱਕ ਥਿਊਰੀ ਦਾ ਨਾਮ ਦੇ ਸਕਦਾ। ਤਾਂ ਜਿਹੜਾ ਵਿਗਿਆਨ ਹੁੰਦਾ, ਵਿਗਿਆਨ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਪੱਖਪਾਤ ਜਾਂ ਝੁਕਾਅ ਨੂੰ ਬੜਾਵਾ ਨਹੀਂ ਦਿੰਦਾ। ਇਸ ਵਿੱਚ ਹਰ ਇੱਕ ਨੂੰ ਬਰਾਬਰ ਦੀ ਫਰੀਡਮ ਹੁੰਦੀ, ਉਹ ਆਪਣੇ ਵਿਚਾਰ ਪੇਸ਼ ਕਰ ਸਕਦਾ। ਬਟ ਇਹ ਕੰਡੀਸ਼ਨ ਹੈ ਕਿ ਜਿਹੜੇ ਉਹ ਵਿਚਾਰ ਪੇਸ਼ ਕਰੇਗਾ ਉਹ ਥਿਊਰੀਆਂ ਦੁਆਰਾ ਜਾਂ ਪ੍ਰਯੋਗ ਦੁਆਰਾ ਸਿੱਧ ਕੀਤੇ ਹੋਣੇ ਚਾਹੀਦੇ ਆ, ਤਾਂ ਹੀ ਜਿਹੜੀ ਕਮਿਊਨਿਟੀ ਉਹਦੇ 'ਤੇ ਵਿਸ਼ਵਾਸ ਕਰੇਗੀ। ਤਾਂ ਕੋਈ ਵੀ ਵਿਅਕਤੀ ਜਿਹੜਾ ਵਿਗਿਆਨ ਦੀਆਂ ਥਿਊਰੀਆਂ ਨੂੰ ਬਣਾ ਸਕਦਾ, ਇੱਕ ਸਧਾਰਨ ਵਿਅਕਤੀ ਵੀ, ਇੱਕ ਵਿਗਿਆਨੀ ਵੀ। ਸੋ ਜਿਹੜਾ ਵਿਗਿਆਨ ਉਹ ਪੱਖਪਾਤ ਦਾ ਵਿਸ਼ਾ ਨਹੀਂ ਹੈਗਾ। ਸੋ ਇੱਕ ਪੁਆਇੰਟ ਇਹਦੇ ਵਿੱਚ ਮਿਸ ਹੈਗਾ, 16 ਪੁਆਇੰਟ, ਉਹ ਤੁਸੀਂ ਲਿਖ ਲੈਣਾ। 16 ਪੁਆਇੰਟ ਆ ਵਿਗਿਆਨ ਤਰਕ ਅਤੇ ਕਲਪਨਾ ਦਾ ਮਿਸ਼ਰਣ ਹੁੰਦਾ ਹੈ। ਸਾਇੰਸ ਇਜ਼ ਦ ਬਲੈਂਡ ਆਫ ਲੌਜਿਕ ਐਂਡ ਇਮੈਜੀਨੇਸ਼ਨ। ਸਾਇੰਸ ਇਜ਼ ਅ ਬਲੈਂਡ ਆਫ ਲੌਜਿਕ ਐਂਡ ਇਮੈਜੀਨੇਸ਼ਨ। ਵਿਗਿਆਨ ਤਰਕ ਅਤੇ ਕਲਪਨਾ ਦਾ ਮਿਸ਼ਰਣ ਹੁੰਦਾ ਹੈ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਵਿਗਿਆਨ ਦੇ ਵਿੱਚ ਹਰ ਇੱਕ ਜਿਹੜੀ ਇੱਕ ਸੰਗਠਿਤ ਪ੍ਰਕਿਰਿਆ, ਇਸ ਵਿੱਚ ਕੋਈ ਵੀ ਥਿਊਰੀ ਬਣਦੀ ਉਹਨੂੰ ਸਟੈਪ ਬਾਈ ਸਟੈਪ ਚੱਲਣਾ ਪੈਂਦਾ। ਸਭ ਤੋਂ ਪਹਿਲਾਂ ਜਿਵੇਂ ਵਿਗਿਆਨ ਦੇ ਵਿੱਚ ਲੌਜਿਕ ਹੁੰਦਾ, ਕਿਸੇ ਵੀ ਘਟਨਾ ਨੂੰ ਆਪਾਂ ਉਸ ਦੇ ਪਿੱਛੇ ਲੌਜਿਕ ਦੇ ਨਾਲ ਐਕਸਪਲੇਨ ਕਰਦੇ ਹਾਂ, ਇਹ ਘਟਨਾ ਕਿਉਂ ਹੋਈ ਆ। ਫਿਰ ਆਪਾਂ ਉਹਦੀ ਕਲਪਨਾ ਕਰਦੇ ਹਾਂ। ਫਿਰ ਕਲਪਨਾ ਹੁੰਦੀਆਂ ਹਾਈਪੋਥਸਿਸ ਬਣਾਉਣਾ ਕਿ ਇਹ ਵੀ ਕਾਰਨ ਹੋ ਸਕਦਾ, ਸਾਰੇ ਉਹਦੇ ਕਾਰਨ ਲਿਖ ਲੈਂਦੇ ਹਾਂ। ਕਾਰਨ ਲਿਖਣ ਤੋਂ ਬਾਅਦ ਕਿਸੇ ਵੀ ਘਟਨਾ ਨੂੰ ਪਹਿਲਾਂ ਓਬਜ਼ਰਵ ਕਰਦੇ ਹਾਂ, ਫਿਰ ਉਹਦੇ ਕਾਰਨ ਲਿਖ ਲੈਂਦੇ ਹਾਂ। ਕਾਰਨ ਲਿਖਣ ਤੋਂ ਬਾਅਦ ਆਪਾਂ ਇੱਕ ਇੱਕ ਕਰਕੇ ਉਹਨੂੰ ਪ੍ਰਯੋਗ ਦੀ ਸਹਾਇਤਾ ਨਾਲ ਚੈੱਕ ਕਰਦੇ ਹਾਂ। ਜਿਹੜਾ ਕਾਰਨ ਸਹੀ ਹੁੰਦਾ, ਫਿਰ ਆਪਾਂ ਉਹਨੂੰ 2-3 ਵਾਰ ਫਿਰ ਪ੍ਰਯੋਗ ਕਰਕੇ ਚੈੱਕ ਕਰਦੇ ਹਾਂ। ਫਿਰ ਉਹਦੀ ਵਿਆਖਿਆ ਕਰਦੇ ਹਾਂ ਕਿ ਅਜਿਹਾ ਕਿਉਂ ਹੋਇਆ, ਅਤੇ ਵਿਆਖਿਆ ਕਰਨ ਤੋਂ ਬਾਅਦ 3-4 ਵਾਰ ਆਪਾਂ ਉਹਨੂੰ ਰਿਪੀਟ ਕਰਦੇ ਹਾਂ ਕਿ ਨਤੀਜੇ ਸੇਮ ਆ ਰਹੇ ਆ। ਠੀਕ ਹੈ, ਉਸ ਤੋਂ ਬਾਅਦ ਜੇ ਨਤੀਜੇ ਸੇਮ ਆਉਂਦੇ ਤਾਂ ਇੱਕ ਥਿਊਰੀ ਬਣ ਜਾਂਦੀ ਹੈ। ਸੋ ਇਹ ਸਾਰਾ ਕਿ ਜਿਹੜਾ ਵਿਗਿਆਨ ਦੇ ਵਿੱਚ ਵਿਗਿਆਨ ਕੀ ਹੈ, ਇੱਕ ਲੌਜਿਕ ਵੀ ਆ ਅਤੇ ਕਲਪਨਾ ਵੀ ਹੈ, ਦੋਨਾਂ ਦਾ ਮਿਸ਼ਰਣ ਆ। ਹਾਈਪੋਥਸਿਸ ਕੀ ਹੁੰਦੇ, ਇੱਕ ਪਰਿਕਲਪਨਾਵਾਂ ਹੁੰਦੀਆਂ, ਇੱਕ ਇਮੈਜੀਨੇਸ਼ਨ ਹੁੰਦੀ ਹੈ। ਲੌਜਿਕ ਕੀ ਹੁੰਦਾ, ਜਦੋਂ ਆਪਾਂ ਵਿਆਖਿਆ ਕਰਦੇ ਹਾਂ, ਨਤੀਜੇ ਪ੍ਰਯੋਗ ਕਰਦੇ ਹਾਂ, ਉਸ ਦੇ ਆਧਾਰ 'ਤੇ ਆਪਾਂ ਉਹਨਾਂ ਦੀ ਵਿਆਖਿਆ ਕਰਦੇ ਹਾਂ, ਉਹ ਲੌਜਿਕ ਹੁੰਦਾ। ਸੋ ਇਹ ਸਾਰਾ ਸੀ ਆਪਾਂ ਅੱਜ ਕੀਤਾ ਕਿ ਵਿਗਿਆਨ ਦਾ ਨੇਚਰ ਕਿੱਦਾਂ ਦਾ। ਸੋ ਥੈਂਕ ਯੂ ਫॉर ਵਾਚਿੰਗ ਦ ਵੀਡੀਓ।